ਸਾਰੇ ਹੀ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਅੱਜ ਅਸੀਂ ਲੈਸਨ ਅਲਜਬਰਿਕ ਐਕਸਪ੍ਰੈਸ਼ਨ ਐਂਡ ਆਇਡੈਂਟੀਟੀਜ਼ ਯਾਨੀ ਕਿ ਬੀਜ ਗਣਿਤਕ ਵਿਅੰਜਕ ਅਤੇ ਤਤਸਮਕ ਦੀ ਐਕਸਰਸਾਈਜ਼ 9.1 ਦੇ ਸਵਾਲ ਹੱਲ ਕਰਾਂਗੇ। ਬੱਚਿਓ, ਇਹਨਾਂ ਦੇ ਸਵਾਲ ਹੱਲ ਕਰਨ ਤੋਂ ਪਹਿਲਾਂ ਅਸੀਂ ਕੱਲ ਜੋ ਕੀਤਾ ਸੀ ਲੈਕਚਰ, ਉਸ ਦੀ ਕੁਝ ਦੁਹਰਾਈ ਕਰ ਲੈਂਦੇ ਹਾਂ। ਬੱਚਿਓ, ਕੱਲ ਮੈਂ ਇਸ ਲੈਸਨ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦ ਯਾਨੀ ਕਿ ਟਰਮਸ ਜੋ ਯੂਜ਼ ਹੋਣੀਆਂ ਹਨ ਉਹਨਾਂ ਦੇ ਬਾਰੇ ਵਿੱਚ ਸਮਝਾਇਆ ਸੀਗਾ। ਆਓ ਅੱਜ ਮੈਂ ਤੁਹਾਨੂੰ ਦੋ ਅਲਜਬਰਿਕ ਐਕਸਪ੍ਰੈਸ਼ਨ ਲੈ ਕੇ ਉਹਨਾਂ ਦੀ ਜਲਦੀ ਨਾਲ ਦੁਹਰਾਈ ਕਰਵਾ ਦੇਵਾਂ ਤਾਂ ਜੋ ਤੁਹਾਨੂੰ ਇਸ ਐਕਸਰਸਾਈਜ਼ ਦੇ ਸਵਾਲ ਕਰਨੇ ਸੌਖੇ ਲੱਗਣ। ਸੋ ਇੱਥੇ ਮੈਂ ਸਾਈਡ ਬਾਈ ਸਾਈਡ ਦੋ ਅਲਜਬਰਿਕ ਐਕਸਪ੍ਰੈਸ਼ਨਸ 7x - 3 ਤੇ ਇੱਧਰ x - 5y = 13 ਇਸ ਤਰ੍ਹਾਂ ਮੈਂ ਦੋ ਅਲਜਬਰਿਕ ਐਕਸਪ੍ਰੈਸ਼ਨ ਲਏ ਹਨ ਯਾਨੀ ਕਿ ਬੀਜ ਗਣਿਤਕ ਵਿਅੰਜਕ। ਅਤੇ ਤੁਹਾਨੂੰ ਯਾਦ ਆ ਗਿਆ ਹੋਵੇਗਾ ਕਿ ਬੀਜ ਗਣਿਤਕ ਵਿਅੰਜਕ ਉਹ ਹੁੰਦੇ ਹਨ ਜੋ ਚੱਲ ਅਤੇ ਚੱਲਾਂ ਤੋਂ ਮਿਲ ਕੇ ਬਣੇ ਹੁੰਦੇ ਹਨ। ਜਿਵੇਂ ਕਿ ਤੁਸੀਂ ਇੱਥੇ ਦੇਖਦੇ ਹੋ ਕਿ ਸਾਡੇ ਕੋਲ ਇੱਥੇ ਚੱਲ x ਹੈ ਤੇ ਇੱਕ ਅਚਲ -3 ਹੈ ਤੇ ਇਸ ਅਲਜਬਰਿਕ ਐਕਸਪ੍ਰੈਸ਼ਨ ਦੇ ਵਿੱਚ ਇੱਕ ਚੱਲ x ਹੈ, ਦੂਜਾ ਚੱਲ y ਹੈ ਅਤੇ ਇੱਕ ਸਾਡੇ ਕੋਲ ਅਚਲ ਹੈ ਯਾਨੀ ਕਿ ਕੌਂਸਟੈਂਟ ਟਰਮ ਹੈ, ਜਿਨ੍ਹਾਂ ਨੂੰ ਪਲੱਸ ਅਤੇ ਮਾਈਨਸ ਦੇ ਸਾਈਨ ਵੱਖ-ਵੱਖ ਕਰਦੇ ਹਨ। ਜਿਵੇਂ ਕਿ ਅਸੀਂ ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਪਲੱਸ ਜਾਂ ਮਾਈਨਸ ਇਹ ਸਾਈਨ ਆ ਜਿਹੜੇ ਚੱਲ ਅਤੇ ਚੱਲ ਨੂੰ ਵੱਖ-ਵੱਖ ਕਰਦੇ ਹਨ, ਤਾਂ ਇਹਨਾਂ ਨੂੰ ਅਸੀਂ ਬੀਜ ਗਣਿਤਕ ਵਿਅੰਜਕ ਜਾਂ ਅਲਜਬਰਿਕ ਐਕਸਪ੍ਰੈਸ਼ਨ ਆਖਦੇ ਹਾਂ। ਤੇ ਉਸ ਤੋਂ ਅਸੀਂ ਹੁਣ ਜੋ ਟਰਮਸ ਕੀਤੀਆਂ ਸੀਗੀਆਂ, ਇੱਕ ਕੀਤੀ ਸੀ ਅਸੀਂ ਇਹਦਾ ਸਾਡੇ ਕੋਲ ਪਦ, ਜਿਸ ਨੂੰ ਅਸੀਂ ਲਿਖਿਆ ਸੀ ਟਰਮਸ। ਹੁਣ ਅਗਰ ਅਸੀਂ ਇਸ ਬੀਜ ਗਣਿਤਕ ਵਿਅੰਜਕ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਦੋ ਪਦ ਹਨ, ਇੱਕ ਹੈ 7x ਤੇ ਦੂਸਰਾ ਹੈ -3। ਤਾਂ ਇੱਥੇ ਸਾਡੇ ਕੋਲ ਪਦਾਂ ਦੀ ਗਿਣਤੀ ਕਿੰਨੀ ਹੋਈ ਹੈ? ਇੱਥੇ ਸਾਡੇ ਕੋਲ ਪਦਾਂ ਦੀ ਗਿਣਤੀ 2 ਹੈ। ਤਾਂ ਹੁਣ ਆਓ ਹੁਣ ਦੂਸਰੇ ਅਲਜਬਰਿਕ ਐਕਸਪ੍ਰੈਸ਼ਨ ਦੇਖਦੇ ਹਾਂ। ਇੱਥੇ ਸਾਡੇ ਕੋਲ ਪਦ ਕਿਹੜੇ ਆਏ ਹਨ? ਇੱਕ ਸਾਡੇ ਕੋਲ x ਹੈ, ਦੂਸਰਾ ਸਾਡੇ ਕੋਲ -5y ਹੈ ਤੇ ਤੀਜਾ ਸਾਡੇ ਕੋਲ 13 ਹੈ। ਤਾਂ ਇਸ ਅਲਜਬਰਿਕ ਐਕਸਪ੍ਰੈਸ਼ਨ ਦੇ ਵਿੱਚ ਸਾਡੇ ਕੋਲ ਕੁੱਲ 3 ਪਦ ਆਏ ਹਨ। ਸੋ ਪਦ ਤੁਹਾਨੂੰ ਸਮਝਾਇਆ ਸੀਗਾ ਕਿ ਪਲੱਸ ਤੇ ਮਾਈਨਸ ਸਾਈਨ ਆ ਜਿਹੜੇ ਉਹ ਅਲਜਬਰਿਕ ਐਕਸਪ੍ਰੈਸ਼ਨ ਦੇ ਟਰਮਸ ਨੂੰ ਅਲੱਗ-ਅਲੱਗ ਕਰਦੇ ਹਨ। ਤਾਂ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਕਿੰਨੇ ਪਦ ਹਨ। ਜਿਵੇਂ ਇੱਥੇ ਸਾਡੇ ਕੋਲ ਇੱਕ ਸਾਈਨ ਮਾਈਨਸ ਦਾ ਆਇਆ ਤੇ ਸਾਡੇ ਕੋਲ ਪਲੱਸ ਦਾ ਸਾਈਨ ਆਇਆ, ਤਾਂ ਸਾਡੇ ਕੋਲ 1 2 ਤੇ 3 ਪਦ ਬਣ ਗਏ ਹਨ। ਸੋ ਅਗਲਾ ਅਸੀਂ ਕੀਤਾ ਸੀਗਾ ਗੁਣਨਖੰਡ ਯਾਨੀ ਕਿ ਫੈਕਟਰ। ਹੁਣ ਇਸ ਦੇ ਵਿੱਚ ਜੋ ਪਹਿਲਾ ਪਦ ਹੈ ਸਾਡੇ ਕੋਲ 7x, ਤਾਂ 7x ਦੇ ਸਾਡੇ ਕੋਲ ਜੋ ਫੈਕਟਰ ਬਣਿਆ ਉਸ ਬਣਿਆ ਸਾਡੇ ਕੋਲ 7 ਅਤੇ x, ਮੀਨਸ ਇਹ 7 ਅਤੇ x ਨੂੰ ਗੁਣਾ ਕਰਕੇ ਸਾਡੇ ਕੋਲ 7x ਬਣਿਆ ਹੈ। ਤੇ ਜੋ ਸਾਡੇ ਕੋਲ ਦੂਜਾ ਪਦ ਸੀਗਾ -3, ਤਾਂ ਇਸਦਾ ਫੈਕਟਰ ਹੈ ਇਕੱਲਾ ਹੀ -3। ਤੇ ਹੁਣ ਆਓ ਹੁਣ ਇਸ ਸਾਈਡ ਤੇ ਚੱਲਦੇ ਹਾਂ। ਦੂਜੇ ਸਾਡੇ ਕੋਲ ਅਲਜਬਰਿਕ ਐਕਸਪ੍ਰੈਸ਼ਨ ਦੇ ਵਿੱਚ ਜੋ ਪਹਿਲਾ ਪਦ ਸੀਗਾ x, ਤਾਂ ਇਸ ਦਾ ਜੋ ਸਾਡੇ ਕੋਲ ਗੁਣਨਖੰਡ ਬਣੇ ਆ ਉਹ ਇਕੱਲਾ x ਹੀ ਹੈ। ਦੂਸਰੇ ਸਾਡੇ ਕੋਲ -5y ਦੇ -5 ਅਤੇ y, ਤੇ ਤੀਜਾ ਸਾਡੇ ਕੋਲ ਸੀ 13 ਕਿਉਂਕਿ ਅਭਾਜ ਸੰਖਿਆ ਹੈ ਤਾਂ ਇਸ ਦੇ ਵੀ 13 ਹੀ ਗੁਣਨਖੰਡ ਰਹੇਗਾ। ਸੋ ਸੈਕੰਡ ਸਾਡੇ ਕੋਲ ਸੀਗਾ ਗੁਣਨਖੰਡ ਅਤੇ ਫੈਕਟਰ। ਉਸ ਤੋਂ ਅੱਗੇ ਅਸੀਂ ਕੀਤਾ ਸੀ ਗੁਣਾਕ ਯਾਨੀ ਕਿ ਕੋਫੀਸ਼ੀਐਂਟ। ਹੁਣ ਕੋਫੀਸ਼ੀਐਂਟ ਤੁਹਾਨੂੰ ਦੱਸਿਆ ਸੀਗਾ ਕਿ ਜੋ ਪਦ ਦੇ ਵਿੱਚ ਸੰਖਿਆ ਵਾਲਾ ਹੁੰਦਾ ਹੈ ਉਸ ਨੂੰ ਅਸੀਂ ਇਸ ਦਾ ਗੁਣਾਕ ਆਖਦੇ ਹੁੰਦੇ ਹਨ। ਵੈਸੇ ਤਾਂ ਅਸੀਂ ਇਸ ਨੂੰ ਨੂਮੈਰੀਕਲ ਕੋਫੀਸ਼ੀਐਂਟ ਯਾਨੀ ਕਿ ਸੰਖਿਅਕ ਗੁਣਾਕ ਆਖਦੇ ਹਾਂ, ਪਰ ਇਸ ਨੂੰ ਅਸੀਂ ਜਨਰਲੀ ਤੌਰ ਤੇ ਗੁਣਾਕ ਹੀ ਆਖਦੇ ਹਾਂ। ਸੋ ਇੱਥੇ ਸਾਡੇ ਕੋਲ ਜੋ ਪਹਿਲਾ ਪਦ ਸੀਗਾ ਇਹ ਵਾਲਾ 7x, ਤਾਂ ਇਸ ਦੇ ਵਿੱਚ ਜੋ ਗੁਣਨਖੰਡ ਸੀਗਾ ਸੰਖਿਆ ਵਾਲਾ ਗੁਣਨਖੰਡ ਸੀਗਾ 7, ਤਾਂ ਇੱਥੇ ਸਾਡੇ ਕੋਲ ਗੁਣਾਕ ਹੋ ਗਿਆ ਪਹਿਲੇ ਪਦ ਦਾ 7,
दूसरा पद -3 ਸੀਗਾ, सो -3 ਦਾ जो गुणाक होएगा वो -3 ही होएगा। ਇੱਥੇ ਬੱਚੋ ਤੁਹਾਡੇ ਕੋਲ ਸ਼ਾयद ਇੱਕ ਸਵਾਲ ਉੱਠਿਆ ਹੋਏਗਾ ਕਿ ਇੱਥੇ ਤਾਂ ਨਾਲ ਕੋਈ ਚੱਲ ਹੈ ਹੀ ਨਹੀਂ, ਕਿਉਂਕਿ ਅਸੀਂ ਕਿਹਾ ਸੀ ਕਿ ਜੋ ਚੱਲ ਦੇ ਨਾਲ ਸੰਖਿਆ ਵਾਲਾ ਗੁਣਨਖੰਡ ਹੁੰਦਾ ਹੈ ਉਸ ਨੂੰ ਅਸੀਂ ਗੁਣਾਕ ਆਖਦੇ ਹਾਂ। ਸੋ ਬੱਚੋ ਇੱਥੇ ਜੋ ਸਾਡੇ ਕੋਲ ਹੈਗਾ ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਇਸ ਨੂੰ ਅਸੀਂ ਲਿਖ ਸਕਦੇ ਹਾਂ -3 x ਦੀ ਘਾਤ 0। ਇੱਥੇ ਅਸੀਂ x ਚੱਲ ਲਿਆ ਹੈ, ਅਸੀਂ x ਦੀ ਥਾਂ ਤੇ ਕੋਈ ਹੋਰ ਚੱਲ ਵੀ ਲੈ ਸਕਦੇ ਹਾਂ। ਤਾਂ ਕਿਉਂਕਿ x ਦੀ ਘਾਤ 0 ਦਾ ਮੁੱਲ 1 ਹੁੰਦਾ ਹੈ ਤਾਂ ਇਹ ਸਾਡੇ ਕੋਲ ਬਣ ਜਾਏਗਾ -3 ਗੁਣਾ 1 ਬਰਾਬਰ -3। ਤਾਂ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਵੀ ਸੰਖਿਆ ਅਚਲ ਹੈ ਉਸ ਦਾ ਉਨਾ ਹੀ ਗੁਣਨਖੰਡ ਹੁੰਦਾ ਹੈ, ਕਿਉਂਕਿ ਅਗਰ ਅਸੀਂ ਇਹਦਾ ਗੁਣਨਖੰਡ ਵੀ ਦੇਖਦੇ ਹਾਂ ਤਾਂ ਸੰਖਿਆ ਗੁਣਨਖੰਡ -3 ਹੀ ਹੈ। ਤੇ ਅਸੀਂ ਕਿਹਾ ਸੀਗਾ ਕਿ ਕਿਸੇ ਵੀ ਪਦ ਦਾ ਸੰਖਿਆਤਮਕ ਗੁਣਨਖੰਡ ਹੀ ਉਸ ਦਾ ਗੁਣਾਕ ਹੁੰਦਾ ਹੈ। ਸੋ ਆ ਹੁਣ ਦੂਜੇ ਬੀਜਗਣਿਤਕ ਵਿਅੰਜਕ ਵੱਲ ਜਾਂਦੇ ਹਾਂ। ਇੱਥੇ ਸਾਡੇ ਕੋਲ ਜੋ ਪਹਿਲਾ ਪਦ ਸੀ x, ਤਾਂ ਇਸ ਦਾ ਜੋ ਗੁਣਾਕ ਹੈ, ਕਿਉਂਕਿ ਇਸ ਦੇ ਅਗਰ ਅਸੀਂ ਗੁਣਨਖੰਡ ਬਣਾਉਂਦੇ ਹਾਂ ਤਾਂ ਇਸ ਨੂੰ ਅਸੀਂ ਇੱਦਾਂ ਵੀ ਲਿਖ ਸਕਦੇ ਹਾਂ ਗੁਣਨਖੰਡ x ਅਤੇ 1। ਕਿਉਂਕਿ ਅਗਰ ਅਸੀਂ x ਨੂੰ ਗੁਣਾ ਕਰੀਏ 1 ਦੇ ਨਾਲ ਤਾਂ ਸਾਡੇ ਕੋਲ x ਹੀ ਉੱਤਰ ਬਚਦਾ ਹੈ। ਤਾਂ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਗਰ ਸਾਡੇ ਕੋਲ ਕੇਵਲ ਇਕੱਲਾ ਹੀ ਵੇਰੀਏਬਲ ਯਾਨੀ ਕਿ ਚੱਲ ਹੈ ਤਾਂ ਉਸ ਦਾ ਜੋ ਗੁਣਾਕ ਹੋਏਗਾ ਉਹ 1 ਹੋਏਗਾ। ਇੱਥੇ ਤਾਂ ਕਲੀਅਰ ਹੀ ਹੈ, ਕਿਉਂਕਿ ਸਾਡੇ ਕੋਲ ਜੋ ਸੰਖਿਆਤਮਕ ਗੁਣਨਖੰਡ ਹੈ ਉਹ -5 ਹੈ। ਤੇ ਇੱਥੇ ਜਿਵੇਂ ਪਹਿਲਾਂ ਦੱਸਿਆ ਸੀਗਾ, ਅਗਰ ਸਾਡੇ ਕੋਲ ਅਚਲ ਹੈ, ਕੋਈ ਚੱਲ ਨਹੀਂ ਹੈ, ਤਾਂ ਇਸ ਦਾ ਜੋ ਸੰਖਿਆਤਮਕ ਗੁਣਨਖੰਡ ਹੈ ਉਹ 13 ਹੀ ਹੈ, ਤਾਂ ਇਸ ਦਾ ਮਤਲਬ ਇਸ ਦਾ ਗੁਣਾਕ ਵੀ 13 ਹੀ ਹੋਵੇਗਾ। ਉਸ ਤੋਂ ਅਸੀਂ ਅੱਗੇ ਬੱਚੋ ਕੀਤਾ ਸੀਗਾ ਬਹੁਪਦ। ਹੁਣ ਇੱਥੇ ਅਸੀਂ ਅੱਗੇ ਗੱਲ ਕਰਦੇ ਹਾਂ ਬਹੁਪਦ ਦੀ। ਬਹੁਪਦ ਜਿਸ ਨੂੰ ਅਸੀਂ ਆਖਦੇ ਹਾਂ ਪੋਲੀਨੋਮੀਅਲ। ਹੁਣ ਬਹੁਪਦ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਤਾਂ ਕਿਸੇ ਵਿਅੰਜਕ ਦੇ ਵਿੱਚ ਇੱਕ ਹੀ ਪਦ ਹੋਵੇ ਤਾਂ ਉਸ ਨੂੰ ਅਸੀਂ ਇੱਕ ਪਦੀ ਆਖਦੇ ਹਾਂ ਜਾਂ ਮੋਨੋਮੀਅਲ ਐਕਸਪ੍ਰੈਸ਼ਨ ਆਖਦੇ ਹਾਂ। ਪਰ ਅਗਰ ਇੱਕ ਤੋਂ ਜ਼ਿਆਦਾ ਪਦ ਹੋਣ, 2 ਪਦ ਹੋਣ, 3 ਪਦ ਹੋਣ, ਜ਼ਿਆਦਾ ਪਦ ਹੋਣ ਤਾਂ ਅਸੀਂ ਉਸ ਨੂੰ ਬਹੁਪਦ ਆਖਦੇ ਹਾਂ। ਅਗਰ 2 ਪਦ ਹੋਣ ਤਾਂ ਉਸ ਨੂੰ ਅਸੀਂ 2 ਪਦੀ ਵਿਅੰਜਕ ਆਖਦੇ ਹਾਂ। ਅਗਰ 3 ਪਦ ਹੋਣ ਤਾਂ ਅਸੀਂ ਇਹਨੂੰ 3 ਪਦੀ ਵਿਅੰਜਕ ਆਖਦੇ ਹਾਂ। ਤੇ ਇੱਥੇ ਸਾਡੇ ਕੋਲ ਇਹ ਦੋਨੇ ਆ ਜਿਹੜੇ ਉਹ ਬਹੁਪਦ ਹਨ, ਕਿਉਂਕਿ ਇਹਨਾਂ ਵਿੱਚ ਇੱਕ ਤੋਂ ਜ਼ਿਆਦਾ ਪਦ ਹਨ। ਤਾਂ ਅਸੀਂ ਇਸ ਨੂੰ ਕਵਾਂਗੇ 2 ਪਦੀ ਵਿਅੰਜਕ ਤੇ ਇਸ ਨੂੰ ਕਵਾਂਗੇ 3 ਪਦੀ ਵਿਅੰਜਕ। ਸੋ ਉਸ ਤੋਂ ਅੱਗੇ ਸਾਡੇ ਕੋਲ ਆਇਆ ਸੀਗਾ ਸਮਾਨ ਪਦ। यानी कि लाइक टर्म्स। ਹੁਣ अगर ਅਸੀਂ ਇਹਨਾਂ ਦੋਨਾਂ ਹੀ ਐਕਸਪ੍ਰੈਸ਼ਨ ਨੂੰ ਦੇਖੀਏ ਤਾਂ ਇਸ ਦੇ ਵਿੱਚ ਜਿਨ੍ਹਾਂ ਦੇ ਵੀ ਵੇਰੀਏਬਲ ਸੇਮ ਹੈ ਉਸ ਨੂੰ ਅਸੀਂ ਲਾਈਕ ਟਰਮ ਆਖਦੇ ਹਾਂ। ਜਿਵੇਂ ਕਿ ਇੱਥੇ ਸਾਡੇ ਕੋਲ ਵੇਰੀਏਬਲ ਹੈਗਾ ਜਿਹੜਾ x ਹੈ ਤੇ ਇੱਥੇ ਪਹਿਲੇ ਪਦ ਦਾ ਜੋ ਵੇਰੀਏਬਲ ਹੈ x ਹੈ। ਤਾਂ ਇਸ ਦਾ ਮਤਲਬ ਕੀ ਹੋਇਆ, ਤਾਂ ਸਾਡੇ ਕੋਲ 7x ਅਤੇ x ਇਹ ਦੋਨੋਂ ਹੀ ਸਮਾਨ ਪਦ ਹਨ। ਤਾਂ ਇੱਥੇ ਸਾਡੇ ਕੋਲ ਦੂਜੀ ਜੋ ਸਾਡੇ ਕੋਲ ਟਰਮ ਆਈ ਹੈ ਉਹ ਹੈ -3। ਤਾਂ ਅਸੀਂ ਹੁਣ ਦੇਖਦੇ ਹਾਂ ਕਿ -3 ਹੈ ਜਿਹੜੀ ਉਹ ਅਚਲ ਹੈ, ਇਸ ਦੇ ਨਾਲ ਕੋਈ ਵੀ ਵੇਰੀਏਬਲ ਨਹੀਂ ਹੈ। ਤਾਂ ਅਸੀਂ ਦੇਖਾਂਗੇ ਕਿ ਇੱਥੇ ਜੋ 13 ਹੈ ਇਸ ਦੇ ਨਾਲ ਵੀ ਕੋਈ ਵੇਰੀਏਬਲ ਨਹੀਂ ਹੈ, ਇਹ ਵੀ ਅਚਲ ਹੈ। ਤਾਂ ਇਹ ਵੀ ਦੋਨੋਂ ਸਮਾਨ ਪਦ ਹਨ। ਅੱਗੇ ਸਾਡੇ ਕੋਲ ਸੀਗਾ ਅਸਮਾਨ ਪਦ। ਅਸਮਾਨ ਪਦ ਜਿਸ ਨੂੰ ਅਸੀਂ ਲਿਖਦੇ ਹਾਂ ਅਨਲਾਈਕ ਟਰਮਸ।
ਹੁਣ ਅਨਲਾਈਕ ਟਰਮਸ ਕਿਵੇਂ ਹੋਇਆ, ਜਿਵੇਂ ਪਹਿਲੇ ਸਾਡੇ ਕੋਲ ਹੈਗਾ ਹੈ 7x ਜਿਸ ਦੇ ਵਿੱਚ ਕਿ ਚੱਲ ਹੈ ਜਿਹੜਾ ਉਹ x ਹੈ, ਤੇ ਦੂਜੇ ਪਾਸੇ ਅਗਰ ਅਸੀਂ ਇਹ ਲੈ ਲਈਏ -5y ਤਾਂ ਇਹ ਦੋਨੇ ਹੀ ਅਸਮਾਨ ਪਦ ਹਨ, ਕਿਉਂਕਿ ਦੋਨਾਂ ਦਾ ਜੋ ਵੇਰੀਏਬਲ ਹੈ ਜਿਸ ਨੂੰ ਕਿ ਅਸੀਂ ਚੱਲ ਆਖਦੇ ਹਾਂ ਉਹ ਅਲੱਗ-ਅਲੱਗ ਹੈ। ਆਓ ਬੱਚਿਓ ਹੁਣ ਐਕਸਰਸਾਈਜ਼ 9.1 ਦੇ ਸਵਾਲ ਹੱਲ ਕਰਦੇ ਹਾਂ। ਬੱਚਿਓ ਇਸ ਦਾ ਜੋ ਪਹਿਲਾ ਸਵਾਲ ਹੈ ਉਸ ਦੇ 6 ਭਾਗ ਹਨ। ਆਓ ਅਸੀਂ ਪਹਿਲਾਂ ਇਸ ਦੇ ਪਹਿਲੇ 3 ਭਾਗਾਂ ਨੂੰ ਹੱਲ ਕਰਦੇ ਹਾਂ। ਆਓ ਪਹਿਲਾਂ ਇਸ ਸਵਾਲ ਨੂੰ ਦੇਖਦੇ ਹਾਂ। ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁਣਾਕਾਂ ਨੂੰ ਪਹਿਚਾਣੋ। ਹੁਣ ਸਾਡੇ ਕੋਲ ਬੇਟਾ ਮੈਂ ਪਹਿਲੇ 3 ਸਵਾਲ ਇੱਥੇ ਲਿਖੇ ਹੋਏ ਹਨ, ਤਾਂ ਅਸੀਂ ਪਹਿਲਾਂ ਪਹਿਲੇ ਸਵਾਲ ਨੂੰ ਹੱਲ ਕਰਦੇ ਹਾਂ। ਪਹਿਲਾਂ ਅਸੀਂ ਇਸ ਦਾ ਵਿਅੰਜਕ ਲਿਖਾਂਗੇ। ਵਿਅੰਜਕ ਜੋ ਪਹਿਲਾ ਸਾਡੇ ਕੋਲ ਹੈ 5x y z ਦੀ ਘਾਤ 2 -3 zx, ਤੇ ਉਸ ਤੋਂ ਬਾਅਦ ਫਿਰ ਅਸੀਂ ਪਦ ਇਸ ਦੇ ਪਦ ਲਿਖਾਂਗੇ, ਤੇ ਉਸ ਤੋਂ ਬਾਅਦ ਇਸ ਦੇ ਹਰੇਕ ਪਦ ਦਾ ਗੁਣਾਕ ਲਿਖਾਂਗੇ। ਸੋ ਹੁਣ ਇਹਦੇ ਵਿੱਚ ਬੇਟਾ ਸਾਨੂੰ ਪਤਾ ਹੀ ਹੈ ਕਿ ਇੱਥੇ ਸਾਡੇ ਕੋਲ ਇੱਕ ਮਾਈਨਸ ਦਾ ਸਾਈਨ ਆਇਆ ਹੈ, ਤਾਂ ਇਸ ਦਾ ਮਤਲਬ ਸਾਡੇ ਕੋਲ 2 ਪਦ ਬਣ ਗਏ ਹਨ। ਸੋ ਜੋ ਪਹਿਲਾ ਪਦ ਹੈ ਉਸ ਨੂੰ ਅਸੀਂ ਲਿਖ ਲੈਂਦੇ ਹਾਂ। ਪਹਿਲਾ ਪਦ ਹੈ ਸਾਡੇ ਕੋਲ 5x y z ਦੀ ਘਾਤ 2, ਤੇ ਦੂਸਰਾ ਪਦ ਹੈ -3 zx, ਕਿਉਂਕਿ ਮਾਈਨਸ ਦਾ ਸਾਈਨ 2 ਪਦਾਂ ਨੂੰ ਅਲੱਗ-ਅਲੱਗ ਕਰ ਰਿਹਾ ਹੈ। ਤਾਂ ਸਾਡੇ ਕੋਲ ਬੇਟਾ 2 ਪਦ ਇਸ ਸਵਾਲ ਦੇ ਹਨ। ਤਾਂ ਹੁਣ ਅਸੀਂ ਗੁਣਾਕ ਲਿਖਣੇ ਹਨ। ਗੁਣਾਕ ਤੁਹਾਨੂੰ ਜਿਵੇਂ ਪਹਿਲਾਂ ਅਸੀਂ ਸਮਝਾ ਚੁੱਕੇ ਹਾਂ ਕਿ ਜੋ ਸੰਖਿਆਤਮਕ ਗੁਣਨਖੰਡ ਹੁੰਦਾ ਹੈ ਉਹ ਹੀ ਇਸ ਪਦ ਦਾ ਗੁਣਾਕ ਹੁੰਦਾ ਹੈ। ਤਾਂ ਇੱਥੇ ਕਲੀਅਰਲੀ ਸਾਨੂੰ ਦਿਖ ਰਿਹਾ ਹੈ ਕਿ ਇੱਥੇ ਸੰਖਿਆ 5 ਹੈ, ਤਾਂ 5 ਹੈ ਜੋ ਇਸ ਦਾ ਸੰਖਿਆਤਮਕ ਗੁਣਾਕ ਜਾਂ ਇਕੱਲਾ ਗੁਣਾਕ ਹੈ। ਜੋ ਦੂਸਰਾ ਪਦ ਸੀ ਸਾਡੇ ਕੋਲ -3 zx, ਇੱਥੇ z ਤੇ x ਚੱਲ ਹਨ, ਤਾਂ -3 ਹੈ ਜੋ ਇਸ ਦਾ ਸੰਖਿਆਤਮਕ ਗੁਣਾਕ ਹੈ। ਹੁਣ ਸਾਡੇ ਕੋਲ ਸੈਕੰਡ ਕੁਐਸਚਨ ਅਸੀਂ ਹੱਲ ਕਰਦੇ ਹਾਂ। ਸੈਕੰਡ ਸਾਡੇ ਕੋਲ ਜੋ ਵਿਅੰਜਕ ਦਿੱਤਾ ਹੋਇਆ ਉਹ ਹੈ 1 + x + x ਦੀ ਘਾਤ 2। ਤਾਂ ਇੱਥੇ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ a ਪਲੱਸ ਦਾ ਸਾਈਨ ਆਇਆ ਹੈ, ਇੱਕ a ਪਲੱਸ ਦਾ ਸਾਈਨ ਆਇਆ ਹੈ। ਇਸ ਦਾ ਮਤਲਬ ਸਾਡੇ ਕੋਲ ਇੱਥੇ 3 ਪਦ ਹਨ। ਪਹਿਲਾ ਪਦ ਹੈ ਸਾਡੇ ਕੋਲ, ਪਹਿਲਾ ਪਦ ਹੈ 1, ਦੂਜਾ ਪਦ ਸਾਡੇ ਕੋਲ x ਹੈ, ਤੇ ਤੀਸਰਾ ਪਦ ਸਾਡੇ ਕੋਲ x ਦੀ ਘਾਤ 2 ਹੈ। ਤਾਂ ਸਾਡੇ ਕੋਲ 3 ਪਦ ਹਨ। ਹੁਣ ਅਸੀਂ ਇਹਨਾਂ ਤਿੰਨਾਂ ਪਦਾਂ ਦੇ ਗੁਣਾਕ ਲਿਖਣੇ ਹਨ। ਤਾਂ ਸਾਡੇ ਕੋਲ ਜੋ ਪਹਿਲਾ ਪਦ ਹੈ ਉਹ 1 ਹੈ ਜੋ ਕਿ ਅਚਲ ਹੈ, ਯਾਨੀ ਕਿ ਕੌਂਸਟੈਂਟ ਹੈ। ਤਾਂ ਇੱਥੇ ਸਾਡੇ ਕੋਲ ਜੋ ਇਸ ਦਾ ਗੁਣਾਕ ਹੋਏਗਾ ਉਹ 1 ਹੀ ਹੋਏਗਾ। ਤਾਂ ਇੱਥੇ ਤੁਹਾਨੂੰ ਇੱਕ ਵਾਰੀ ਫਿਰ ਤੋਂ ਸਮਝਾ ਦੇਵਾਂ ਕਿ ਜੋ 1 ਹੈ, 1 ਨੂੰ ਅਸੀਂ ਲਿਖ ਸਕਦੇ ਹਾਂ 1 ਨਾਲ x ਦੀ ਘਾਤ 0, ਕਿਉਂਕਿ x ਦੀ ਘਾਤ 0 ਦਾ ਮੁੱਲ 1 ਹੁੰਦਾ ਹੈ। ਤਾਂ ਇਹਨੂੰ ਅਸੀਂ ਇਹ ਬਣ ਜਾਵੇਗਾ 1 × 1 = 1। ਤਾਂ ਜੋ 1 ਸੀਗਾ ਉਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਤਾਂ ਇੱਥੇ ਸਾਡੇ ਕੋਲ ਅਗਰ ਅਸੀਂ ਇਸ ਦੇ ਗੁਣਨਖੰਡ ਬਣਾਵਾਂਗੇ ਤਾਂ ਉਹ ਬਣ ਜਾਏਗਾ 1 ਅਤੇ x ਦੀ ਘਾਤ 0। ਤਾਂ ਇੱਥੇ ਜੋ ਸੰਖਿਆਤਮਕ ਗੁਣਨਖੰਡ ਹੋਏਗਾ ਉਹ 1 ਹੈ, ਤਾਂ ਜਿਸ ਨੂੰ ਕਿ ਅਸੀਂ ਇਸ ਦਾ ਗੁਣਾਕ ਆਖਦੇ ਹਾਂ। ਹੁਣ ਸਾਡੇ ਕੋਲ ਦੂਸਰਾ ਪਦ ਹੈ x। ਆਹ ਹੁਣ ਦੂਜਾ ਪਦ x ਦੇ ਗੁਣਾਕ ਦੇਖਦੇ ਹਾਂ। ਹੁਣ ਜੋ ਸਾਡੇ ਕੋਲ x ਹੈ, x ਦੇ ਅਗਰ ਅਸੀਂ ਗੁਣਨਖੰਡ ਬਣਾਵਾਂਗੇ ਤਾਂ ਉਹ ਬਣ ਜਾਵੇਗਾ ਸਾਡੇ ਕੋਲ x × 1। ਹੁਣ ਇੱਥੇ ਇਹ ਸਾਡੇ ਕੋਲ ਚੱਲ ਹੈ ਤੇ ਇਹ ਸਾਡੇ ਕੋਲ ਅਚਲ ਹੈ, ਯਾਨੀ ਕਿ ਸੰਖਿਆ ਹੈ। ਤਾਂ ਸਾਡੇ ਕੋਲ ਜੋ ਗੁਣਾਕ ਹੁੰਦਾ ਹੈ ਉਹ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਕਿ ਜੋ ਸੰਖਿਆਤਮਕ ਗੁਣਨਖੰਡ ਹੁੰਦਾ ਹੈ ਉਹ ਉਸ ਪਦ ਦਾ ਗੁਣਾਕ ਹੁੰਦਾ ਹੈ। ਸੋ ਇਸ ਪਦ ਜੋ ਸਾਡੇ ਕੋਲ x ਹੈ, ਦੂਸਰਾ ਪਦ x ਹੈ, ਤਾਂ ਇਸ ਦਾ ਜੋ ਗੁਣਾਕ ਹੋਇਆ ਉਹ ਸਾਡੇ ਕੋਲ 1 ਹੋਇਆ। ਇਸੇ ਤਰ੍ਹਾਂ ਹੀ ਸਾਡੇ ਕੋਲ ਤੀਸਰਾ ਪਦ ਹੈ x ਦੀ ਘਾਤ 2। ਇਸ ਦੇ ਵੀ ਅਗਰ ਅਸੀਂ ਗੁਣਨਖੰਡ ਬਣਾਵਾਂਗੇ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ x ਦੀ ਘਾਤ 2 × 1। ਤਾਂ ਸਾਡੇ ਕੋਲ ਇੱਥੇ ਜੋ ਸੰਖਿਆਤਮਕ ਗੁਣਨਖੰਡ ਬਣਿਆ ਉਹ 1 ਬਣਿਆ। ਸੋ ਇਸ ਦਾ ਵੀ ਸਾਡੇ ਕੋਲ ਜੋ ਗੁਣਾਕ ਹੋਏਗਾ ਉਹ
1 होएगा। इस तरह साडा ये सैकंड क्वेश्चन सीगा जिसका कि व्यंजक सीगा इस दे 3 पर सीगे ते तिन्नां पदां दा जो साडे कोल गुणाक है वो 1 आया। तीसरा सवाल है 4x की घात 2 y की घात 2 माइनस 4x की घात 2 y की घात 2 z की घात 2 प्लस z की घात 2। हुण बच्चे इस दे विच भी साडे कोल एक माइनस का साइन आया है तो एक प्लस का साइन आया है। तो इस तरह साडे कोल इत्थे 3 पद हैं। सो असीं इन्हूं लिख लेंदे हां। पहला पद है साडे कोल 4x की घात 2 y की घात 2। हुण माइनस आ गया तो अगला पद शुरू हो गया माइनस 4x की घात 2 y की घात 2 तो z की घात 2। उसके बाद प्लस का साइन आ गया तो साडे कोल तीसरा जो पद आ गया वो आ गया z की घात 2। आओ हुण असीं इसदे गुणाक लिख लेंदे हां। सो जो साडे कोल पहला पद है 4x की घात 2 y की घात 2। हुण अगर असीं इसदे गुणनखंड बनाउंदे हां तां इत्थे साडे कोल जो संख्यात्मक गुणनखंड है वो 4 होएगा। सो 4 ही इस पद का गुणाक होएगा। हुण दूसरा पद है इस दे विच भी सानूं क्लीयर कट दिख रहा है कि x की घात 2 y की घात 2 z की घात 2 ये चल हैं यानी कि वेरीएबल्स हैं। तो इत्थे साडे कोल जो संख्यात्मक गुणनखंड है वो साडे कोल -4 है। सो ये साडा गुणाक हो गया। तो थर्ड साडे कोल जो पद सीगा z की घात 2। हुण उसी तरह जिवें पहला दस्सिया सीगा कि z की घात 2 नूं असीं लिख सकते हाँ z की घात 2 गुणा 1। तो इत्थे साडे कोल जो गुणनखंड बने वो z की घात 2 अते 1 बन गए। सो इसलिए इसका जो गुणाक होया यानी कि कोफिशिएंट होया वो 1 होएगा। तो इस गल नूं तुसीं बच्चों वैसे अगे लिए भी याद रखनी है कि जदों किसी कोई भी पद कल्ला ही होवे वेरीएबल होवे कोई भी पद कल्ला वेरीएबल होवे तां जो उसका गुणाक है जिसनों कि असीं कोफिशिएंट बोलते हाँ वो हमेशा ही 1 होवेगा। बच्चों फोर्थ क्वेश्चन है साडे को एक व्यंजक दिता होया है। सो इत्थे फोर्थ क्वेश्चन आपां सॉल्व करते हाँ। व्यंजक है साडे कोल 3 माइनस PQ प्लस QR माइनस RP। तो हुण इत्थे साडे कोल 4 पद हैं क्योंकि साडे कोल एक माइनस का निशान ए है एक प्लस का निशान है एक माइनस का निशान है। तो साडे कोल 4 पद किहड़े-किहड़े हैं। एक है साडे कोल 3 दूजा है माइनस PQ अगे है साडे कोल QR ते माइनस RP। इत्थे साडे कोल 4 पद हैं। तो आओ हुण जरा असीं जल्दी जल्दी इन्हां दे गुणाक लिखते हाँ। हुण पहला पद 3 है तो जिवें पहला तुहानूं समझा चुके हाँ इसका गुणाक 3 ही होएगा क्योंकि इसका संख्यात्मक गुणनखंड 3 ही है। दूसरा जो साडे कोल माइनस PQ है इसनूं हुण असीं इस तरह लिख सकते हाँ PQ गुणा -1। तो इत्थों सानूं क्लीयर दिखता है कि इसका जो गुणाक है वो -1 होवेगा। सो माइनस PQ का गुणाक है -1। हुण QR दोनों चाल ही हैं जिवें कि तुहानूं मैं पहले सवालों में दस के हटिया है कि हुण असीं डायरैक्टली इहनूं लिखांगे QR चल हैं तो इन्हां दा गुणाक 1 होएगा। इस तरह माइनस RP इत्थे साडे कोल R ते P है वो चल हैं तो इत्थे इन्हां दा गुणाक होएगा -1। सो साडे कोल अगे फिफ्थ क्वेश्चन है x बटे 2 प्लस y बटे 2 माइनस XY। हुण इत्थे साडे कोल 3 पद हैं क्योंकि प्लस का निशान आया है एक माइनस का निशान आया है। सो पहला पद है साडे कोल x बटे 2 दूजा पद हो गया y बटे 2 तो तीसरा पद हो गया माइनस XY। तो हुण इत्थे बेटा जदों इसका असीं गुणाक लिखांगे तो इनू असीं लिख सकते हैं x गुणा 1 बटे 2 क्योंकि इत्थे बटे 2 आ गया है
ਤਾਂ ਇਹ x ਗੁਣਾ 1/2 है। तो इत्थे क्लीयरली सानूं दिख गया कि गुणाक होएगा 1/2। इसी तरह जो साडे कोल सैकंड टर्म है वो है 22/2। तो इसनूं भी लिख सकते हैं 22 गुणा 1/2। तो इत्थे भी जो साडा गुणाक है वो आ गया 1/2। तीसरा पद है साडे कोल -xy। इत्थे x ਅਤੇ y दोनों ही चल हैं, तो इसका साडे कोल गुणाक आ गया -1। हुण साडे कोल 6th क्वेश्चन है, इसका असीं व्यंजक लिख लेंदे हाँ 0.3a माइनस 0.6ab प्लस 0.5b। इत्थे असीं पद लिख लेंदे हैं। इत्थे साडे कोल 3 पद है। पहला पद है 0.3a, दूसरा पद आ गया -0.6ab ते तीसरा पद आ गया 0.5b। हुण इत्थे जो साडे कोल पहला पद है उस दे विच a है जिहड़ा साडे कोल वेरीएबल है, तो संख्या गुणनखंड साडे कोल 0.3 है, तो इसका गुणाक हो गया 0.3। दूसरा जो साडा पद है उस दे विच a ਅਤੇ b साडे वेरीएबल हैं यानी कि चल हैं, तो इत्थे संख्यात्मक गुणनखंड आया है -0.6 जो कि इस पद का गुणाक है। तीजा साडे कोल पद है 0.5b। इत्थे भी जो b है वो साडे कोल चल है, वेरीएबल है, तो साडे संख्यात्मक गुणनखंड है 0.5 जो कि इस पद का गुणाक है। इस एक्सरसाइज का सैकंड क्वेश्चन है, हेठ लिखे बहुपदां नूं एक पदी, दो पदी अते तीन पदी दे रूप विच वर्गीकरण करो। किहड़ा बहुपद इन्हां तिन्नां श्रेणियां विच किसे विच नहीं है। इत्थे बच्चों सानूं 12 के करीब है जिहड़े सानूं व्यंजक दिते हुए हैं, असीं उन्हां दा वर्गीकरण करना है कि उन्हां विचों किहड़ा एक पदी व्यंजक है, किहड़ा दो पदी व्यंजक है अते किहड़ा तीन पदी व्यंजक है। अते असीं ये भी देखना है कि कोई इन्हां चों इस तरह का व्यंजक भी है जो कि इन्हां तिन्नां श्रेणियां दे विच नहीं आउंदा है। आओ असीं पहलां एक पदी व्यंजक लभदे हां, असीं इसदा हल करदे हां। एक पदी व्यंजक। बच्चों सानू पता ही है कि वो व्यंजक जिस दे विच केवल एक ही पद होवे उसनूं असीं एक पदी व्यंजक आखदे हां। असीं इत्थे ਲੱਭਣਾ शुरू करते हैं। पहले दे विच दो पद हैं तो जो सैकंड नंबर ते है साडे कोल 1000, ये केवल एक ही पद है। हुण होर देखते हैं, होर इस दे विच अगे असीं देखते जाते हाँ तो साडे कोल इत्थे एक PQR, ये भी साडे कोल एक ही पद है। सो दो साडे कोल इत्थे एक पदी व्यंजक हैं। उस तो बाद असीं देखते हाँ दो पदी व्यंजक। इत्थे बच्चे मैं दस देवां एक पदी व्यंजक नूं असीं इंग्लिश विच मोनोमीअल आखदे हाँ, तो जो दो पदी व्यंजक है उसनूं असीं बाइनोमीअल आखदे हाँ। सो इत्थे साडे कोल असीं बाइनोमीअल यानी कि दो पदी व्यंजक देखांगे जिस दे विच दो पद हैं। तां तुसीं ध्यान नाल देखो इत्थे एक ਇਹ वाला जिहदे च कि x जमा y, तो साडे कोल उस ते बाद अगे इत्थे भी तीन पद हैं, इत्थे भी देखो दो पद हैं। ये आ गया साडे कोल 2y माइनस 3y की घात 2। इस दे विच भी दो पद हैं। अगे साडे कोल इत्थे भी देखो साडे कोल दो ही पद हैं। 4z माइनस 15
Z ਦੀ ਘਾਤ 2 ਤੇ ਉਸ ਤੋਂ ਬਾਅਦ ਇਹ ਲਾਸਟ ਦੇ ਵਿੱਚ ਸਾਡੇ ਕੋਲ ਜੋ ਦੋ ਵਿਅੰਜਕ ਦਿੱਤੇ ਹਨ ਇਹ ਵੀ ਦੋ ਪਦੀ ਵਿਅੰਜਕ ਹੀ ਹਨ। ਇੱਕ ਹੈ ਸਾਡੇ ਕੋਲ p ਸਕੁਏਅਰ q ਪਲੱਸ p q ਸਕੁਏਅਰ ਤੇ ਅੱਗੇ ਹੈ ਸਾਡੇ ਕੋਲ 2p ਪਲੱਸ 2q। ਇਸ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚੋਂ ਸਾਡੇ ਕੋਲ ਇਹ ਵਾਲਾ ਤੇ ਇਹ ਵਾਲਾ ਇਸ ਤਰ੍ਹਾਂ ਸਾਡੇ ਕੋਲ 1 2 3 4 5 5 ਜੋ ਸਾਡੇ ਕੋਲ ਵਿਅੰਜਕ ਹਨ ਉਹ ਦੋ ਪਦੀ ਹਨ। ਆਓ ਹੁਣ ਅਸੀਂ ਇਸ ਤੋਂ ਅੱਗੇ ਤਿੰਨ ਪਦਾਂ ਵਾਲੇ ਵਿਅੰਜਕ ਦੇਖੀਏ ਜਿਸ ਨੂੰ ਅਸੀਂ ਤਿੰਨ ਪਦੀ ਵਿਅੰਜਕ ਜਾਂ ਟ੍ਰਾਈਨੋਮੀਅਲ ਆਖਦੇ ਹਾਂ। ਜਿਸ ਦੇ ਵਿੱਚ ਤਿੰਨ ਪਦ ਹਨ ਉਸ ਨੂੰ ਅਸੀਂ ਤਿੰਨ ਪਦੀ ਵਿਅੰਜਕ ਆਖਾਂਗੇ। ਇਸ ਦੇ ਵਿੱਚ ਸਾਡੇ ਕੋਲ ਚਾਰ ਪਦ ਆ ਗਏ ਹਨ। ਇਸ ਦੇ ਵਿੱਚ ਦੇਖੋ ਤਿੰਨ ਪਦ ਹਨ 7 ਜਮਾ 22 ਜਮਾ 5x। ਸੋ ਇੱਥੇ ਆ ਗਿਆ 7 ਜਮਾ 22 ਜਮਾ 5x। ਇਹ ਸਾਡੇ ਕੋਲ ਤਿੰਨ ਪਦ ਹਨ। ਇਸ ਤੋਂ ਅੱਗੇ ਇੱਥੇ ਵੀ ਦੇਖੋ ਤਿੰਨ ਪਦ ਹਨ 2y ਮਾਈਨਸ 3y ਦੀ ਘਾਤ 2 ਜਮਾ 4y ਦੀ ਘਾਤ 3। ਉਸ ਤੋਂ ਬਾਅਦ ਇੱਥੇ ਵੀ ਦੇਖੋ ਤਿੰਨ ਹੀ ਪਦ ਹਨ। ਸੋ ਇਹ ਹੈ ਸਾਡੇ ਕੋਲ 5x ਮਾਈਨਸ 4y ਪਲੱਸ 3x ਤੇ y। ਉਸ ਤੋਂ ਬਾਅਦ ਇੱਥੇ ਸਾਡੇ ਕੋਲ ਚਾਰ ਪਦ ਆ ਗਏ ਹਨ। ਤਾਂ ਇਸ ਤਰ੍ਹਾਂ ਸਾਡੇ ਕੋਲ ਇਹ ਸਾਡੇ ਕੋਲ ਇੱਕ ਪਦੀ ਦੋ ਪਦੀ ਅਤੇ ਤਿੰਨ ਪਦੀ ਵਿਅੰਜਕ ਹਨ। ਉਸ ਤੋਂ ਅੱਗੇ ਬੇਟਾ ਇਹਨਾਂ 'ਚ ਲਿਖਿਆ ਸੀ ਕਿ ਕਿਹੜਾ ਬਹੁਪਦ ਇਹਨਾਂ ਵਿੱਚੋਂ ਤਿੰਨਾਂ ਸ਼੍ਰੇਣੀਆਂ ਵਿੱਚੋਂ ਕਿਸੇ ਵਿੱਚ ਨਹੀਂ ਹੈ। ਆਓ ਹੁਣ ਅਸੀਂ ਉਹਨਾਂ ਨੂੰ ਲਿਖ ਲੈਂਦੇ ਹਾਂ। ਸੋ ਸਾਡੇ ਕੋਲ ਸੀਗਾ ਉਹ ਬਹੁਪਦ ਜੋ ਇਹਨਾਂ ਤਿੰਨਾਂ ਸ਼੍ਰੇਣੀਆਂ ਵਿੱਚ ਨਹੀਂ ਹਨ। ਇਸ ਤੋਂ ਭਾਵ ਹੋਇਆ ਕਿ ਜੋ ਨਾ ਤਾਂ ਇੱਕ ਪਦੀ ਹੈ ਨਾ ਦੋ ਪਦੀ ਹੈ ਨਾ ਤਿੰਨ ਪਦੀ ਹੈ, ਮਤਲਬ ਜਿਸ ਦੇ ਚਾਰ ਪਦ ਹੋਣ ਜਾਂ ਚਾਰ ਤੋਂ ਜ਼ਿਆਦਾ ਹੋਣ। ਤਾਂ ਇੱਥੇ ਅਸੀਂ ਦੇਖਦੇ ਹਾਂ ਕਿ ਜੋ ਇਹ ਵਾਲਾ ਪਦ ਹੈ ਵਿਅੰਜਕ ਹੈ। ਇੱਥੇ ਅਸੀਂ ਦੇਖਦੇ ਹਾਂ ਕਿ ਜੋ ਇਹ ਵਾਲਾ ਵਿਅੰਜਕ ਹੈ ਇਹ ਇਸ ਦੇ ਚਾਰ ਪਦ ਹਨ। ਤਾਂ ਇਸ ਦਾ ਮਤਲਬ ਇਹ ਉਹ ਬਹੁਪਦ ਹੈ ਜੋ ਇਹਨਾਂ ਤਿੰਨਾਂ ਸ਼੍ਰੇਣੀਆਂ ਵਿੱਚ ਨਹੀਂ ਹੈ। ਸੋ ਇਹ ਆ ਗਿਆ x ਪਲੱਸ x ਦੀ ਘਾਤ 2 ਪਲੱਸ x ਦੀ ਘਾਤ 3 ਪਲੱਸ x ਦੀ ਘਾਤ 4। ਅਤੇ ਉਸ ਤੋਂ ਬਾਅਦ ਇੱਕ ਸਾਡੇ ਕੋਲ ਇਹ ਵਾਲਾ ਬਹੁਪਦ ਹੈ ਜੋ ਕਿ ਨਾ ਇੱਕ ਪਦੀ ਹੈ ਨਾ ਦੋ ਪਦੀ ਹੈ ਨਾ ਤਿੰਨ ਪਦੀ ਹੈ। ਇਸ ਦੇ ਚਾਰ ਪਦ ਹਨ। ਸੋ AB ਪਲੱਸ BC ਪਲੱਸ CD ਪਲੱਸ DA। ਇਹ ਸਾਡੇ ਕੋਲ ਦੋ ਉਹ ਪਦ ਹਨ ਜੋ ਕਿ ਪਹਿਲੀਆਂ ਤਿੰਨਾਂ ਸ਼੍ਰੇਣੀਆਂ ਵਿੱਚ ਨਹੀਂ ਆਉਂਦੇ ਹਨ ਕਿਉਂਕਿ ਇਹਨਾਂ ਦੇ ਚਾਰ ਪਦ ਹਨ। ਸੋ ਬੱਚੇ ਹੁਣ ਘਰ ਦਾ ਕੰਮ ਤੁਸੀਂ ਦੇਖਿਆ ਬੱਚੋ ਕਿ ਐਕਸਰਸਾਈਜ਼ 9.1 ਦੇ ਅਸੀਂ ਪਹਿਲੇ ਦੋ ਸਵਾਲ ਕੀਤੇ ਜਿਸ ਦੇ ਵਿੱਚ ਕਿ ਪਹਿਲੇ ਸਵਾਲ ਦੇ ਵਿੱਚ 6 ਭਾਗ ਸਨ ਅਤੇ ਦੂਸਰੇ ਸਵਾਲ ਅਸੀਂ ਹੁਣ ਕਰਕੇ ਆਏ ਜਿਸ ਦੇ ਵਿੱਚ ਕਿ 12 ਦੇ ਕਰੀਬ ਬਹੁਪਦ ਦਿੱਤੇ ਹੋਏ ਸਨ ਜਿਨ੍ਹਾਂ ਨੂੰ ਕਿ ਅਸੀਂ ਅਲੱਗ-ਅਲੱਗ ਕਰਕੇ ਲਿਖਣਾ ਸੀਗਾ। ਇੱਕ ਪਦੀ ਬਹੁਪਦ, ਦੋ ਪਦੀ ਬਹੁਪਦ, ਤਿੰਨ ਪਦੀ ਬਹੁਪਦ ਅਤੇ ਉਹ ਬਹੁਪਦ ਜੋ ਇਹਨਾਂ ਤਿੰਨਾਂ ਸ਼੍ਰੇਣੀਆਂ ਵਿੱਚ ਨਹੀਂ ਆਉਂਦੇ। ਸੋ ਤੁਸੀਂ ਬੱਚੋ ਇਹ ਆਪਣੀਆਂ ਕਾਪੀਆਂ ਦੇ ਉੱਪਰ ਸਾਫ਼-ਸਾਫ਼ ਤਰੀਕੇ ਦੇ ਨਾਲ ਇਹ ਦੋਨੋਂ ਹੀ ਸਵਾਲਾਂ ਨੂੰ ਹੱਲ ਕਰਨਾ ਹੈ।